ਸਭ ਨੂੰ ਜੈਮਸੀ ਦੀ ਜੈ ਮਸੀਹ ਦੀ। ਤੇ ਬਦਕਵਾਲ ਜੀ, ਆਪਾਂ ਸਟੱਡੀ ਕੀਤੀ ਹੈ ਪਹਿਲਾਂ ਵੀ ਦੇਖਿਆ ਰੱਬ ਕੀ ਹੈ, ਰੱਬ ਕੌਣ ਹੁੰਦਾ। ਹਾਂਜੀ, ਜੀ ਜਿਸ ਨੇ ਸਭ ਕੁਝ ਬਣਾਇਆ। ਜੀ ਹਾਂਜੀ, ਤੇ ਆਪਣੀ ਸਟੱਡੀ ਚੱਲ ਰਹੀ ਹੈ ਪਵਿੱਤਰ ਆਤਮਾ ਦੇ ਬਾਰੇ। ਤੇ ਹੁਣ ਆਪਾਂ ਦੇਖਦੇ ਹਾਂ ਜੀ, ਪਵਿੱਤਰ ਆਤਮਾ ਵੀ ਰੱਬ ਹੈ। ਕੀ ਪਵਿੱਤਰ ਆਤਮਾ ਰੱਬ ਹੈ? ਪਹਿਲਾਂ ਆਪਾਂ ਦੇਖ ਲਿਆ ਪਵਿੱਤਰ ਆਤਮਾ ਦੇ ਬਾਰੇ ਹੋਰ ਸਵਾਲ ਕੀਤੇ ਹੈਗੇ ਆ। ਹੁਣ ਇਹ ਸਵਾਲ ਹੈ ਜੀ, ਕੀ ਪਵਿੱਤਰ ਆਤਮਾ ਰੱਬ ਹੈ? ਤੇ ਇੱਕ ਆਪਣੇ ਪਹਿਲਾ ਕੁਰਿੰਥੀਆਂ 8 ਦੀ 5 ਤੇ 6 ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਜੀ, ਜੀ ਜੀ ਸਰ। ਤੇ ਆਪਾਂ ਉਹ ਪੜ੍ਹ ਦਿੰਦੇ ਹੈਗੇ ਆ। ਉਹਦੇ ਵਿੱਚ ਲਿਖਿਆ ਹੈ ਪਹਿਲਾ ਕੁਰਿੰਥੀਆਂ 5 ਦੀ ਪਹਿਲਾ ਕੁਰਿੰਥੀਆਂ 8 ਦੀ 5 ਤੇ 6। ਹਾਂਜੀ, ਥੈਂਕ ਯੂ। ਤੇ ਉਹਦੇ ਵਿੱਚ ਲਿਖਿਆ ਹੈ, ਸੋ ਦੈਨ हाँ, for even if there are so called gods ਛੋਟੀ ਜੀ ਦੇ ਨਾਲ gods, ਹਾਂਜੀ, whether in heaven or on earth, indeed there are many gods ਛੋਟੀ ਜੀ ਦੇ ਨਾਲ and many lords, ਹਾਂਜੀ, yet for us but there is one God। ਹਾਂਜੀ, ਤੇ ਇੱਥੇ ਲਿਖਿਆ ਹੈਗਾ ਜੀ, ਬਹੁਤ ਪੰਜਾਬੀ ਦੇ ਵਿੱਚ ਹੈਗਾ ਆ, ਪੰਜਾਬੀ ਦੇ ਵਿੱਚ ਵੀ ਪੜ੍ਹ ਦਿੰਦੇ ਆ। ਤੇ ਉਹਦੇ ਵਿੱਚ ਲਿਖਿਆ ਹੈ ਪਹਿਲਾ ਕੁਰਿੰਥੀਆਂ 8 ਦੀ, ਇਹਦੀ ਜੋ ਇੰਗਲਿਸ਼ ਪੜ੍ਹਿਆ ਉਹਦੀ ਟ੍ਰਾਂਸਲੇਸ਼ਨ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਹੈ, ਭਾਵੇਂ ਕਿੰਨੇ ਹੀ ਹਨ ਕਿ ਆਕਾਸ਼ ਦੇ ਵਿੱਚ ਧਰਤੀ ਉੱਤੇ ਜਿਹੜੇ ਦੇਵਤੇ ਕਰਕੇ ਸੁਦਾਉਂਦੇ ਹਨ, ਸਗੋਂ ਬਾਹਲੇ ਦੇਵਤੇ ਅਤੇ ਬਹੁਤੇ ਸੁਆਮੀ ਬਹੁਤ ਹਨ, ਪਰ ਸਾਡੇ ਲਈ ਭਾਵੇਂ ਇੱਕੋ ਪਰਮੇਸ਼ਰ ਹੈ, ਜੋ ਪਿਤਾ ਜਿਸ ਤੋਂ ਸਭ ਕੁਝ ਹੋਇਆ, ਜੀ, ਜਿਸ ਤੋਂ ਸਭ ਕੁਝ ਰਚਿਆ ਗਿਆ, ਅਤੇ ਅਸੀਂ ਉਸ ਦੇ ਲਈ ਹਾਂ। ਤੇ ਇੱਕੋ ਪ੍ਰਭੂ ਹੈ ਯਿਸੂ, ਜਿਸ ਦੇ ਦਾਤਾ, ਇੱਕੋ ਹੀ ਪ੍ਰਭੂ ਹੈ ਜੋ ਯਿਸੂ ਮਸੀਹ ਹੈ, ਜਿਸ ਦੇ ਰਾਹੀਂ ਸਭੋ ਕੁਝ ਹੋਇਆ, ਨਾਲੇ ਅਸੀਂ ਵੀ। ਹਾਂਜੀ, ਤੇ ਆਪਾਂ ਯਿਸੂ ਮਸੀਹ ਦੇ ਟੌਪਿਕ ਤੇ ਫਿਰ ਕਿਸੇ ਵੇਲੇ ਫਿਰ ਨੈਕਸਟ ਗੱਲ ਕਰ ਲਾਂਗੇ ਜੀ। ਆਪਾਂ ਹੁਣ ਗੱਲ ਕਰ ਰਹੇ ਹੈਗੇ ਆ ਪਰਮੇਸ਼ਰ ਔਰ ਪਵਿੱਤਰ ਆਤਮਾ ਦੀ ਗੱਲ ਬਾਰੇ। ਹਾਂਜੀ, ਤੇ ਇੱਥੇ ਲਿਖਿਆ ਜੀ, ਭਾਵੇਂ ਬਹੁਤ ਰੱਬ ਹਨ ਦੁਨੀਆ ਦੇ ਵਿੱਚ, ਛੋਟੀ ਜੀ ਵਾਲੇ ਦੇਵਤੇ। ਹਾਂਜੀ, ਤੇ ਕੀ ਪਵਿੱਤਰ ਆਤਮਾ ਉਹ ਜਿਹੜੇ ਬਹੁਤੇ ਦੇਵੀ ਦੇਵਤੇ ਹਨ, ਬਹੁਤ ਛੋਟੀ ਜੀ ਵਾਲੇ ਰੱਬ ਹਨ, ਗੋਡ ਹਨ, ਉਹ ਉਹਨਾਂ ਵਿੱਚੋਂ ਇੱਕ ਹੈ, ਜਾਂ ਪਵਿੱਤਰ ਆਤਮਾ ਰੱਬ ਹੈ ਜਿਸ ਨੇ ਸਭ ਕੁਝ ਬਣਾਇਆ? ਹਾਂਜੀ, ਹਾਲੇਲੂਇਆ। ਹਾਂਜੀ, ਕਿਉਂਕਿ ਫਿਰ ਨਾਲੇ ਵੀ ਲਿਖਿਆ ਰੱਬ ਇੱਕੋ ਹੀ ਹੈ ਜਿਸ ਨੇ ਸਭ ਕੁਝ ਬਣਾਇਆ। ਹਾਂਜੀ, ਕੀ ਇਹ ਪਵਿੱਤਰ ਆਤਮਾ ਉਹ ਰੱਬ ਹੈ ਜਿਸ ਨੇ ਸਭ ਕੁਝ ਬਣਾਇਆ, ਕਿ ਜਾਂ ਫਿਰ ਜਿਹੜੇ ਬਹੁਤ ਦੇਵੀ ਦੇਵਤੇ ਰੱਬ ਹਨ ਉਹ ਹਨ? ਸਭ ਤੋਂ ਪਹਿਲੇ ਇਸ ਸਵਾਲ ਨੂੰ ਕਲੀਅਰ ਕਰਨ ਲਈ ਅਸੀਂ ਇਹ ਤੇ ਦੇਖ ਲਿਆ ਨਾ, ਹਾਂਜੀ, ਇਸ ਸੰਸਾਰ ਵਿੱਚ ਲੋਕਾਂ ਦੇ ਬੜੇ ਦੇਵਤਾ ਤੇ ਰੱਬ ਹੈਗੇ ਨੇ। ਹਾਂਜੀ, ਠੀਕ ਹੈ। ਔਰ ਇੱਕ ਚੀਜ਼ ਹੋਰ ਹੈ ਕਿ ਜਿਸ ਤਰ੍ਹਾਂ ਪਹਿਲੇ ਗੱਲ ਕਰ ਰਹੇ ਸਾਂ ਕਿ ਇਹ ਜਿਹੜੇ ਉਹਨਾਂ ਦੇ ਰੱਬ ਦੇਵਤਾ ਨੇ, ਉਹਨਾਂ ਨੂੰ ਇਨਸਾਨਾਂ ਨੇ ਬਣਾਇਆ ਹੈ, ਕਿਸੇ ਨੇ ਬਣਾਇਆ। ਹਾਂ, ਸਾਡਾ ਜਿਹੜਾ ਰੱਬ ਹੈ ਉਹਨੂੰ ਕਿਸੇ ਨੇ ਨਹੀਂ ਰਚਿਆ। ਅੱਛਾ, ਹੁਣ ਇਹ ਗੱਲ ਬਵਸਥਾ ਸਾਰ 6 ਦੀ 4 ਤੁਸੀਂ ਪੜ੍ਹ ਲਓ, ਤੇ ਯਸਾਇਆ 44 ਦੀ ਇੱਕ ਹੋਰ ਆਇਤ, 6ਵੀਂ ਆਇਤ ਉਹ ਪੜ੍ਹ ਦਿਓ, ਤੇ ਯਸਾਇਆ 45 ਦੀ 21 ਆਇਤ। ਸੋ ਅੰਗਰੇਜ਼ੀ 'ਚ ਵੀ ਇਹਨਾਂ ਨੂੰ ਬੋਲ ਦਿਓ ਪਹਿਲੇ, ਤਾਂ ਕਿ ਜਿਹਨੇ ਨੋਟ ਕਰਨਾ ਕਰ ਲੈਣ। ਵਿਵਸਥਾ ਸਾਰ ਡਿਟੋਨਮੀ 6 ਦੀ 4, ਇਜ਼ਾਇਆ 44 ਦੀ 6, ਹਾਂਜੀ, ਉਹ ਡਿਟੋਨਮੀ 6 ਦੀ 4 ਸੀਗੀ। ਹਾਂਜੀ, ਇਜ਼ਾਇਆ 44 ਦੀ 21, ਇਜ਼ਾਇਆ 45 ਦੀ 21। ਇਹ ਦੱਸ ਰਿਹਾ ਹੈ ਕਿ ਰੱਬ ਬਹੁਤ ਸਾਰੇ ਨਹੀਂ ਨੇ, ਇੱਕ। ਫਿਰ ਅੱਗੇ ਚਲਾਂਗੇ। ਹਾਂਜੀ, ਤੇ ਇਹ ਜ਼ਰੂਰੀ ਤਿੰਨੇ ਹਵਾਲੇ ਪੜ੍ਹ ਦਿਓ ਭਰਾ ਜੀ। ਠੀਕ ਹੈ ਜੀ, ਕਿਉਂਕਿ ਇਹ ਗੱਲ ਸੈਂਸਿਟਿਵ ਇਸ਼ੂ ਆ ਜਾਂਦਾ ਕਿ ਦੁਨੀਆ ਦੇ ਵੀ ਤੇ ਰੱਬ ਨੇ। ਜਿਸ ਤਰ੍ਹਾਂ ਤੁਸੀਂ ਇਹ ਪਹਿਲਾ ਕੁਰਿੰਥੀਆਂ 8 ਦੀ 5-6 ਆਇਤ 'ਚ ਪੜ੍ਹਿਆ, ਉਹ ਕਿਹੜਾ ਰੱਬ ਹੈ ਸਾਡਾ? ਉੱਥੇ ਲਿਖਿਆ ਹਾਂਜੀ, ਹਾਂਜੀ, ਉਹ ਇਹ ਵਾਲਾ ਰੱਬ ਹੈ। ਹਾਂ, ਫਿਰ ਇਹਦੇ ਵਿੱਚੋਂ ਅੱਗੇ ਪਵਿੱਤਰ ਆਤਮਾ ਦਾ ਰੋਲ ਵੇਖ ਲਾਂਗੇ ਕਿ ਉਹਦਾ ਕੀ ਰੋਲ ਹੈ, ਕਿਉਂਕਿ ਪਵਿੱਤਰ ਆਤਮਾ ਅੱਗੇ ਜਾ ਕੇ ਦੇਖਾਂਗੇ ਉਹ ਵੀ ਰੱਬ ਹੈਗਾ। ਪ੍ਰਭੂ ਯਿਸੂ ਮਸੀਹ ਵੀ ਖੁਦਾ ਹੈਗਾ। ਹਾਂਜੀ, ਠੀਕ ਹੈ, ਇਹ ਬਾਤ ਦੇਖਾਂਗੇ। ਹਾਂਜੀ, ਹਾਂਜੀ, ਇੱਥੇ ਲਿਖਿਆ ਹੈ
ਇਹ ਡਿਟੋਨਮੀ ਵਿਵਸਥਾ ਸਾਰ 6 ਦੀ 4 ਦੇ ਵਿੱਚ ਸਟੇਸ਼ਨ ਸਟੇਸ਼ਨਾ, ਹਾਂਜੀ। ਤੇ ਵਿਵਸਥਾ, ਹਾਂਜੀ ਹਾਂ, ਕਿ ਸਟੇਸ਼ਨਾ ਉਰਦੂ 'ਚ ਹੈ। ਹਾਂਜੀ ਓਕੇ, ਠੀਕ ਹੈ। ਇਹ 'ਚ ਲਿਖਿਆ ਹੈ, ਹੇ ਇਜ਼ਰਾਈਲ ਸੁਣੋ, ਹਾਂ ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ। ਇੱਕੋ ਹੀ ਹਾਂਜੀ, ਬਿਲਕੁਲ ਜੀ। ਠੀਕ ਹਾਂਜੀ, ਤੇ ਹੁਣ ਇਹ ਮੈਂ ਆਪਣੇ ਪੜ੍ਹ ਦੇਵਾਂ, ਇਜ਼ਾਇਆ ਪੜ੍ਹ ਦੇਵਾਂ ਜੀ। ਹਾਂ ਇਹ ਤਿੰਨ ਜਿਹੜੀਆਂ ਤੁਹਾਨੂੰ ਯਸਾਇਆ ਓਕੇ ਜੀ। 44 ਦੀ ਤੁਸੀਂ ਨੋਟ ਕੀਤੀ ਹੈ। ਹਾਂਜੀ, ਇਜ਼ਾਇਆ 44 ਦੀ 6 ਵਿੱਚ ਲਿਖਿਆ ਹੈ, ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਅਤੇ ਉਸ ਦਾ ਛੁਡਾਉਣ ਵਾਲਾ, ਹਾਂ ਸੈਨਾਵਾਂ ਦਾ ਯਹੋਵਾ ਇਉਂ ਫਰਮਾਉਂਦਾ ਹੈ, ਮੈਂ ਆਦ ਹਾਂ, ਮੈਂ ਆਦ ਆਦ ਹਾਂ ਸ਼ੁਰੂ ਤੋਂ ਹੀ ਹਾਂ, ਹਾਂ ਮਤਲਬ ਹੈ ਨਾ, ਅਤੇ ਮੈਂ ਅੰਤ ਹਾਂ, ਮੈਂ ਅੰਤ ਹਾਂ ਮੇਤੋਂ ਬਿਨਾ ਹੋਰ ਕੋਈ ਪਰਮੇਸ਼ਰ ਨਹੀਂ, ਨਹੀਂ ਮੇਰੇ ਤੋਂ ਬਿਨਾ ਹੋਰ ਕੋਈ ਪਰਮੇਸ਼ਰ ਨਹੀਂ। ਯਹੋਵਾ ਇਜ਼ਰਾਈਲ ਦਾ ਰੱਬ ਕਹਿੰਦਾ, ਮੈਂ ਹੀ ਰੱਬ ਹਾਂ, ਗੱਲ ਹੀ ਮੁਕਰੀ। ਮੇਰੇ ਤੋਂ ਬਿਨਾ ਅੱਗੇ ਹੋਰ ਨਹੀਂ। 45 ਇਜ਼ਾਇਆ 45 ਦੀ ਜੀ 45 ਦੀ ਇਜ਼ਾਇਆ 45 ਦੀ 21 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਬਿਆਨ 45 ਦੀ 21 ਹੈ ਨਾ, ਜੀ ਬਿਆਨ ਕਰੋ ਤੇ ਪੇਸ਼ ਕਰੋ, ਹਾਂ ਇਹ ਇਕੱਠੇ ਸਲਾਹ ਕਰਨ, ਕਿਸੇ ਦੇ ਪੁਰਾਣੇ ਸਮੇਂ ਤੋਂ ਇਹ ਸੁਣਿਆ। ਹਾਂ ਮਤਲਬ ਇੱਕ ਗੱਲ ਪਾਂਡਿਆ ਹਾਂ, ਹਾਂਜੀ, ਗੱਲਬਾਤ ਕਰੋ, ਸਲਾਹ ਕਰੋ, ਗੱਲਬਾਤ ਕਰੋ, ਛਾਣਬੀਣ ਕਰੋ, ਛਾਣਬੀਨ ਕਰੋ, ਬੈਠੋ ਇਕੱਠੇ ਗੱਲ। ਆਹ ਕੀ ਕਿਸੇ ਨੇ ਕੁਛ ਸੁਣਿਆ? ਹੈਂ, ਕਿਸੇ ਨੇ ਪ੍ਰਾਚੀਨ ਸਮੇਂ ਤੋਂ ਉਸ ਦਾ ਵਰਣਨ ਕੀਤਾ, ਉਹਦਾ ਵਰਣਨ ਕੀਤਾ। ਭਲਾ ਮੈਂ ਯਹੋਵਾ ਨੇ ਹੀ ਨਹੀਂ ਹਾਂ, ਭਲਾ ਮੈਂ ਯਹੋਵਾ ਹੀ ਨਹੀਂ ਹਾਂ, ਕਿ ਭਲਾ ਮੈਂ ਯਹੋਵਾ ਹੀ ਨਹੀਂ, ਹਾਂ। ਮੈਥੋਂ ਬਿਨਾ ਹੋਰ ਕੋਈ ਪਰਮੇਸ਼ਰ ਨਹੀਂ, ਧਰਮੀ ਪਰਮੇਸ਼ਰ ਅਤੇ ਮੁਕਤੀ ਦਾਤਾ, ਮੈਥੋਂ ਛੋਟ ਕੋਈ ਹੀ ਨਹੀਂ। ਠੀਕ ਹੈ। ਹਾਂਜੀ, ਮੇਤੋਂ ਬਿਨਾ ਹੋਰ ਕੋਈ ਪਰਮੇਸ਼ਰ ਨਹੀਂ, ਜਿਹੜਾ ਹੋਰ ਮੁਕਤੀ। ਕੋਈ ਧਰਮੀ ਨਹੀਂ, ਹਾਂ। ਪਰਮੇਸ਼ਰ ਤੇ ਮੁਕਤੀ ਦਾਤਾ, ਮੇਤੋਂ ਛੋਟ ਹੋਰ ਹੈ ਹੀ ਨਹੀਂ। ਪਹਿਲੇ ਤੇ ਇਹ ਕਲੀਅਰ ਹੋ ਗਿਆ। ਹਾਂ, ਜੇ ਮੁਕਤੀ ਲੈਣੀ ਆ ਤੇ ਤਾਂ ਯਹੋਵਾ ਪਰਮੇਸ਼ਰ ਕਹਿ ਰਿਹਾ, ਮੇਰੇ ਕੋਲ ਆਓ, ਮੇਤੋਂ ਮੁਕਤੀ ਮਿਲੇਗੀ। ਹਾਂਜੀ, ਯਾ ਹਾਂਜੀ, ਠੀਕ ਹੈ। ਬਿਲਕੁਲ। ਅੱਛਾ, ਵਾਹ, ਇਹ ਤੇ ਬਹੁਤ ਗੱਲ ਕਲੀਅਰ ਹੋ ਗਈ। ਹਾਂਜੀ, ਹੁਣ ਅੱਗੇ ਚਲੋ ਕਿ ਪਵਿੱਤਰ ਆਤਮਾ ਸੌਰੀ ਤੁਹਾਡੇ ਇਹ ਸੀ ਕਿ ਪਵਿੱਤਰ ਆਤਮਾ ਵੀ ਗੋਡ ਹੈਗਾ। ਹਾਂ, ਹਾਂਜੀ। ਮਤਲਬ ਕਿ ਹਾਂਜੀ, ਕਿ ਬਈ ਬਹੁਤ ਰੱਬ ਹਨ। ਹਾਂਜੀ, ਤੇ ਇਹ ਤਾਂ ਦੱਸਤਾ। ਹਾਂਜੀ, ਇਹ ਤਾਂ ਤੁਸੀਂ ਦੱਸਤਾ ਬਈ ਇਜ਼ਰਾਈਲ ਦਾ ਜਿਹੜਾ ਰੱਬ ਆ, ਕਹਿੰਦਾ ਮੈਂ ਹੀ ਰੱਬ, ਇਹ ਤੋਂ ਬਿਨਾਂ ਹੋਰ ਕੋਈ ਨਹੀਂ। ਤੇ ਆਪਾਂ ਜਿਹੜੀ ਪਹਿਲੀ ਪੜ੍ਹੀ ਸੀਗੀ, ਪਹਿਲਾ ਕਰੰਥੀਆਂ 8 ਦੀ 5 ਦੇ ਵਿੱਚ, ਉਹਦੇ ਵਿੱਚ ਲਿਖਿਆ ਬਹੁਤ ਰੱਬ ਆ, ਇੱਥੇ ਲਿਖਿਆ ਹੈਗਾ ਮੇਰੇ ਤੋਂ ਬਿਨਾਂ ਕੋਈ ਨਹੀਂ ਜੀ। ਤੇ ਫਿਰ ਇਹ ਫਿਰ ਦੁਨੀਆ ਬਈ ਦੇ ਇਹ ਕਿੱਦਾਂ ਫਿਰ ਹੋ ਇਹ ਇਸ ਤਰ੍ਹਾਂ ਹੈ ਕਿ ਦੁਨੀਆ ਦੇ ਤੇ ਰੱਬ ਬੜੇ ਹੀ ਸਾਰੇ ਨੇ। ਹਾਂ, ਦੇਖੋ ਨਾ ਕੀ ਉਹ ਫਿਰ ਸੱਚੇ ਨਹੀਂ ਗੇ? ਦੇਖੋ ਉੱਥੇ ਤੇ ਬਾਈਬਲ ਵਿੱਚ ਫੈਸਲਾ ਹੋ ਗਿਆ ਨਾ ਕਿ ਉਹ ਝੂਠੇ ਨੇ। ਕਿੱਥੇ ਲਿਖਿਆ ਜੀ? ਉਹ ਵੀ ਆ ਪੜ੍ਹਿਆ ਨਹੀਂ ਹੈਗਾ। ਹੁਣੇ ਭਜਨ ਵਿੱਚ ਪੜ੍ਹਾ ਦੇਣੇ। ਅੱਛਾ, ਨਾਲ ਹੀ ਭਜਨ ਖੋਲ ਲਓ, ਸਾਮਸ ਖੋਲ ਲਓ। ਅਸਲੀ ਗੱਲ ਇਹ ਵੇ ਕਿ ਤੁਹਾਨੂੰ ਯਾਦ ਹੈ ਕਿ ਬਨੀ ਇਸਰਾਈਲ ਕੌਮ ਜਿਹੜੀ ਸੀ ਉਹ ਗੁਲਾਮੀ 'ਚ ਸੀ। ਕਿਹਦੀ ਭਲਾ? ਮਿਸਰ ਦੀ। ਤੇ ਉਹਨਾਂ ਦੇ ਨਾ ਕੀ ਕਹਿ ਲਓ, ਰੱਬ ਨੇ, ਖੁਦਾ ਨੇ ਉੱਥੇ 10 ਆਫਤਾਂ ਘੱਲੀਆਂ, ਪਲੇਗਸ। ਹਾਂਜੀ, ਉਹ ਵੱਖਰੇ ਵੱਖਰੇ ਉਹਨਾਂ ਦੇ ਗੋਡ ਸਨ ਕਿ ਸਾਨੂੰ ਇਸ ਗੱਲ ਤੋਂ ਬਚਾਏਗਾ। ਹਾਂ, ਪਰ ਆਪਣੇ ਜੀ ਇਹ ਦੱਸ ਦਿਓ ਜ਼ਰਾ clear। ਹਾਂਜੀ, ਹਾਂਜੀ, ਉਹ ਤਾਂ ਹੈ। ਇਸ ਤੋਂ ਬਿਨਾਂ ਹੋਰ ਲਿਖਿਆ ਰੱਬ ਖਾਸ ਲਿਖਿਆ ਹੈਗਾ ਜੀ। ਕਹਿੰਦਾ ਮੈਂ ਹੀ ਇਜ਼ਰਾਈਲ ਦਾ ਰੱਬ, ਮੈਂ ਹੀ ਰੱਬ ਹਾਂ। ਬਾਕੀ ਜਿਹੜੇ ਦੇਸ਼ਾਂ ਦੇ ਰੱਬ ਉਹ ਕੀ ਆ ਜੀ? ਉਹ ਬਾਈਬਲ ਵਿੱਚ ਉਹ ਰੱਬ ਛੋਟੇ ਜੀ ਨਾਲ। ਚਲੋ, ਉਹ ਝੂਠੇ ਆ, ਬੋਤਿਆ। ਅਸੀਂ ਇੰਜ ਕਰੀਏ, ਜ਼ਬੂਰ 115 ਭਜਨ ਦੇ ਵਿੱਚ ਆ ਜਾਓ। ਹਾਂਜੀ, ਤੇ ਪਹਿਲੀਆਂ 8 ਹੀ ਆਇਤਾਂ ਪੜ੍ਹ ਦਿਓ। ਹੁਣ ਲਾਜ਼ਮੀ ਹੈ ਪੜ੍ਹਨਾ। ਓਕੇ ਜੀ। ਕਿ ਬਾਈਬਲ ਬਹੁਤ ਹੋਰ ਵੀ ਜਗ੍ਹਾਵਾਂ ਨੇ। ਹਾਂਜੀ, ਹਾਂਜੀ, ਮਤਲਬ ਹੈ ਤੁਸੀਂ ਨੋਟ ਕਰ ਲਓ, ਭਜਨ 135 ਦੀਆਂ 13 ਤੋਂ ਲੈ ਕੇ 18 ਆਇਤਾਂ ਇਹ ਵੀ ਪੜ੍ਹ ਲਓ। ਠੀਕ ਹੈ। ਇਹ ਇਸ ਲਈ ਨੋਟ ਕਰਾ ਰਹੇ। ਚਲੋ ਇਹ ਹੀ ਪੜ੍ਹ ਦਿਓ 115 ਦੀ ਕਿ ਉਹ ਬਾਈਬਲ ਉਹਨਾਂ ਦੇ ਮੁਤਲਕ ਕੀ ਕਹਿ ਰਹੀ। ਅਸੀਂ ਨਹੀਂ ਕਹਿ ਰਹੇ। ਦੇਖੋ, ਅਸੀਂ ਕਿਸੇ
ਰਿਲੀਜਨ ਜਾਂ ਉਹਨੂੰ ਅਸੀਂ ਨਹੀਂ ਬੁਰਾ ਭਲਾ ਕਹਿ ਰਹੇ, ਅਸੀਂ ਇਹ ਕਹਿ ਰਹੇ ਹਾਂ ਕਿ ਖੁਦ ਗੋਡ ਕੀ ਕਹਿ ਰਿਹਾ ਉਹਨਾਂ ਲਈ। ਜੀ ਹਾਂਜੀ, ਬਹੁਤ ਵਧੀਆ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਭਜਨ ਜਬੂਰ 115 ਦੀਆਂ ਪਹਿਲੀਆਂ 8 ਆਇਤਾਂ ਜੀ। ਜੀ ਹਾਂਜੀ ਓਕੇ ਜੀ, ਉਹਦੇ 'ਚ ਲਿਖਿਆ ਹੈਗਾ ਸਾਨੂੰ ਨਹੀਂ, ਹੇ ਯਹੋਵਾ ਸਾਨੂੰ ਨਹੀਂ, ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਇਆ ਤੇ ਸਚਾਈ ਦੇ ਕਾਰਨ ਵਡਿਆਈ ਦੇ। ਹਾਂਜੀ, ਸਾਨੂੰ ਨਹੀਂ, ਤੂੰ ਆਪਣੇ ਨਾਮ ਦੀ ਖਾਤਰ ਆਪਣੇ ਆਪ ਨੂੰ ਵਡਿਆਈ। ਹਾਂਜੀ, ਕੌਮਾਂ ਕਿਉਂ ਆਖਣ ਉਹਨਾਂ ਦਾ ਪਰਮੇਸ਼ਰ ਕਿੱਥੇ ਹੋਏ। ਹਾਂਜੀ, ਹੋਇਓ। ਹਾਂਜੀ, ਕਿੱਥੇ ਹੈ? ਸਾਡਾ ਪਰਮੇਸ਼ਰ ਸਵਰਗ ਵਿੱਚ ਹੈ। ਉਹ ਪੁੱਛਦੇ ਨੇ ਤੁਹਾਡਾ ਪਰਮੇਸ਼ਵਰ ਕਿੱਥੇ? ਸਾਡਾ ਤੇ ਇਹ ਨੇ ਬੁੱਤ ਸੁੱਤ ਹੈਗੇ ਨੇ, ਹਾਂਜੀ, ਤੁਹਾਡਾ ਕਿੱਥੇ ਵੀ ਨਜ਼ਰ ਤੇ ਆਉਂਦਾ ਨਹੀਂ। ਹਾਂ, ਬਿਲਕੁਲ ਬਿਲਕੁਲ। ਕੋਈ ਸਾਡਾ ਤੇ ਸਵਰਗਾਂ ਤੇ, ਸਾਡਾ ਸਵਰਗ। ਉਹਨਾਂ ਨੇ ਜੋ ਚਾਹਿਆ ਸੋ ਕੀਤਾ। ਹਾਂਜੀ, ਦੁਨੀਆ ਦੀ ਗੱਲ, ਸੰਸਾਰ ਦੀ ਗੱਲ ਹੈ। ਹਾਂਜੀ, ਉਹਨਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਸੋਨਾ ਚਾਂਦੀ ਦੇ ਹਨ। ਉਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ। ਇਹ ਗੱਲ ਹੋ ਗਈ। ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਬੋਲਦੇ ਨਹੀਂ। ਆਹ ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਵੇਖਦੇ ਨਹੀਂ। ਉਹਨਾਂ ਦੇ ਕੰਨ ਤਾਂ ਹਨ ਪਰ ਉਹ ਸੁਣਦੇ ਨਹੀਂ। ਉਹਨਾਂ ਦੇ ਨੱਕ ਤਾਂ ਹਨ ਪਰ ਉਹ ਸੁੰਘਦੇ ਨਹੀਂ। ਉਹਨਾਂ ਦੇ ਹੱਥ ਵੀ ਹਨ ਪਰ ਉਹ ਫੜਦੇ ਨਹੀਂ। ਉਹਨਾਂ ਦੇ ਪੈਰ ਵੀ ਹਨ ਪਰ ਉਹ ਚੱਲਦੇ ਨਹੀਂ। ਨਾ ਉਹ ਆਪਣੇ ਸੰਗ ਤੋਂ ਹੁੰਗਾਰਾ ਦਿੰਦੇ ਹਨ। ਹਨਾ, ਆਪਣੇ ਮਤਲਬ ਬੋਲਦੇ ਵੀ ਆਪਣੇ ਸੰਗ ਤੋਂ ਕੁਝ ਬੋਲਦੇ ਵੀ, ਹੁੰਗਾਰਾ ਵੀ ਨਹੀਂ ਦਿੰਦੇ। ਹਾਂਜੀ, ਉਹਨਾਂ ਦੇ ਬਣਾਉਣ ਵਾਲੇ ਉਹਨਾਂ ਵਰਗੇ ਹੋਣਗੇ। ਨਾਲੇ ਉਹ ਸਾਰੇ ਜਿਹੜੇ ਉਹਨਾਂ ਉੱਤੇ ਭਰੋਸਾ ਰੱਖਦੇ ਹਨ। ਇਹ ਕਲਾਮ ਦਾ ਫੈਸਲਾ ਹੈ। ਅਗਲੀ ਆਇਤ ਬਾਈਬਲ ਪੜ੍ਹ ਰਹੇ ਹਾਂ ਜੀ ਅਸੀਂ, ਆਪਣੇ ਕੋਲੋਂ ਕੁਝ ਨਹੀਂ ਕਰ ਰਹੇ। ਵਾਹ, ਹੇ ਇਜ਼ਰਾਈਲ, ਯਹੋਵਾ ਉੱਤੇ ਭਰੋਸਾ ਰੱਖ। ਯਹੋਵਾ ਉੱਤੇ ਭਰੋਸਾ ਰੱਖ। ਹਾਲੇਲੂਇਆ। ਉਹ ਉਹਨਾਂ ਦਾ ਸਹਾਇਕ ਅਤੇ ਉਹਨਾਂ ਦੀ ਢਾਲ ਹੈ। ਉਹਨਾਂ ਦੀ ਢਾਲ ਹੈ। ਸਰ ਜੀ 135 ਦੀ 15 ਤੋਂ 18 ਪੜ੍ਹ ਦਿਓ। 13 ਲਿਖਾਈ ਸੀ, 15 ਤੋਂ 18 ਪੜ੍ਹ। 15 ਤੋਂ 18 ਹਾਂ ਪੜ੍ਹ ਦਿਓ। 4 ਆਇਤਾਂ। ਠੀਕ ਹੈ ਜੀ। ਦੇਖੋ, ਇਹ ਸਵਾਲ ਕੀਤਾ ਹੈ, ਬਾਈਬਲ ਜਵਾਬ ਦੇ ਰਹੀ ਹੈ। ਹਾਂਜੀ, ਇਹ ਜਬ ਭਜਨ ਜਬੂਰ 135 ਦੀ 15 ਤੋਂ 18, ਉਹਦੇ ਵਿੱਚ ਲਿਖਿਆ ਹੈ, ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ। ਉਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ। ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਬੋਲਦੇ ਨਹੀਂ। ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਵੇਖਦੇ ਨਹੀਂ। ਉਹਨਾਂ ਦੇ ਕੰਨ ਤਾਂ ਹਨ ਪਰ ਉਹ ਆਪਾਂ ਜਿਹੜਾ ਪਹਿਲਾਂ ਪੜ੍ਹਿਆ ਸੀ ਉਹਦੇ ਵਰਗਾ ਹੈ ਨਾ। ਉਹਨਾਂ ਦੇ ਕੰਨ ਤਾਂ ਹਨ ਪਰ ਉਹ ਕੰਨ ਨਹੀਂ ਲਾਉਂਦੇ। ਹਾਂਜੀ, ਹਾਂ, ਉਹਨਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ। ਹਾਂਜੀ, ਤੇ ਉਹਨਾਂ ਦੇ ਬਣਾਉਣ ਵਾਲੇ ਉਹਨਾਂ ਹੀ ਵਰਗੇ ਹੋਣਗੇ। ਨਾਲੇ ਉਹ ਸਾਰੇ ਜਿਹੜੇ ਉਹਨਾਂ ਉੱਤੇ ਭਰੋਸਾ ਰੱਖਦੇ ਹਨ। ਹਾਂਜੀ, ਬਿਲਕੁਲ ਗੱਲ ਇਹ ਹੈ, ਇਹ ਬਾਈਬਲ ਇਹ ਦੱਸ ਰਹੀ ਹੈ। ਹਾਂਜੀ, ਲੇਕਿਨ ਪਵਿੱਤਰ ਆਤਮਾ ਦਾ ਗੱਲ ਕੀ ਹੈ? ਪਵਿੱਤਰ ਆਤਮਾ ਵੀ ਗੋਡ ਹੈਗਾ। ਅੱਛਾ, ਉਹ ਕਹਿੰਦੇ ਕਿ ਚੇਲਿਆਂ ਦੇ ਕਰਤੱਵ ਆਪਣਾ ਜਿਹੜੀ ਆਪਾਂ ਪਹਿਲੀ ਦੇਖਿਆ ਸੀ ਕਿ ਰੱਬ ਕੀ ਹੁੰਦਾ। ਰੱਬ ਉਹ ਹੁੰਦਾ ਜਿਹਨੇ ਸਾਰਾ ਕੁਝ ਬਣਾਇਆ। ਤੇ ਇਹਦਾ ਮਤਲਬ ਪਵਿੱਤਰ ਆਤਮਾ ਦਾ ਬਣਾਉਣ ਦੇ ਵਿੱਚ ਹਿੱਸਾ ਹੈ। ਬਣਾਇਆ, ਸ੍ਰਿਸ਼ਟੀ, ਕ੍ਰੀਏਸ਼ਨ ਦੇ ਵਿੱਚ। ਹਾਂਜੀ, ਸੌਰੀ, ਤੁਸੀਂ ਚੇਲਿਆਂ ਦੇ ਕਰਤੱਵ ਕਰ ਰਹੇ ਸੀ। ਚਲੋ ਫਿਰ ਕ੍ਰੀਏਸ਼ਨ ਦੇ ਵਿੱਚ ਹੈ ਤੇ ਅਸੀਂ ਇੰਜ ਕਰਨੇ ਆ ਕਿ ਤੁਸੀਂ ਪਵਿੱਤਰ ਆਤਮਾ ਵੀ ਸ਼ੁਰੂ ਤੋਂ ਹਾਂ, ਅਸਲ ਵਿੱਚ ਇਹ ਵੇ ਗੋਡ ਹੈਡ ਕਹਿੰਦੇ ਨੇ ਉਹਨੂੰ। ਹਾਂਜੀ, ਜਾਂ ਜ਼ਾਤ ਜਿਹੜੀ ਹੈ ਨਾ, ਹੈ ਨਾ। ਹਾਂਜੀ, ਅੱਛਾ, ਇੰਜ ਕਰੀਏ ਕਿ ਗੋਡ ਜਿਹੜਾ ਹੈਗਾ ਉਹਦੇ ਵਿੱਚ 3 ਜਿਹੜੇ ਨੇ ਉਹ ਰੂਹਾਨੀ ਸ਼ਖਸ ਨੇ, ਪਿਤਾ, ਪੁੱਤਰ, ਪਵਿੱਤਰ ਆਤਮਾ। ਲੇਕਿਨ ਅਸੀਂ ਪੁਆਇੰਟ ਤੇ ਆ ਜਾਈਏ ਕਿ ਪਵਿੱਤਰ ਆਤਮਾ ਜਿਹੜਾ ਹੈ ਉਹ ਗੋਡ ਇਸ ਲਈ ਹੈ। ਅਬਰਾਨੀਆਂ 9 ਦੀ 14 ਤੇ ਚੇਲਿਆਂ ਦੇ ਕਰਤੱਵ ਉਹਦੀ 5 ਦੀ 3 ਤੋਂ 5 ਦੇ ਮੁਤਾਬਿਕ ਇਹ ਇਟਰਨਲ ਹੈ। ਇਹਨੂੰ ਵੀ ਕਿਸੇ ਨਹੀਂ ਬਣਾਇਆ, ਇਹ ਰੱਬ ਹੈ। ਤੇ ਪੜ੍ਹ ਦਿਓ। ਹਾਂ, ਤੁਸੀਂ ਪਹਿਲਾਂ ਵੀ ਇਹੀ ਕਹਿਣ ਲੱਗੇ ਸੀ, ਵਿੱਚ ਮੈਂ ਤੁਹਾਨੂੰ ਇੰਟਰਰਪਟ ਕਰਤਾ। ਨਹੀਂ, ਉਹ ਠੀਕ ਹੈ, ਬੜਾ ਹੀ ਅੱਛਾ ਕੀਤਾ ਹੈ। ਸੌਰੀ, ਜਿੰਨੇ ਵੀ ਸਵਾਲ ਹੋ ਸਕਣ, ਹਾਂਜੀ, ਜਵਾਬ ਤੇ ਬਾਈਬਲ ਨੇ ਦੇਣੇ। ਸਾਡੇ ਤੁਹਾਡੇ 'ਚ ਤੇ ਕੋਈ ਕਮਾਲ ਨਹੀਂ। ਹਾਂਜੀ, ਇਹ ਤੇ ਬਾਈਬਲ ਹੀ
ਜੀ ਜੀ ਹਾਂਜੀ ਆਪਾਂ ਪੜ੍ਹਦੇ ਹਾਂ ਜੀ ਚੇਲਿਆਂ ਦੇ ਕਰਤੱਵ 5 ਦੀ 3 ਤੋਂ 5 ਹਾਂਜੀ ਹਾਂਜੀ ਉਹਦੇ ਵਿੱਚ ਲਿਖਿਆ ਹੈ ਕਿਸ ਤਰ੍ਹਾਂ ਪਤਰਸ ਨੇ ਕਿਹਾ ਕਿ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲਿਆ ਜਿਹੜਾ ਰੱਬ ਹੈਗਾ। ਬਹੁਤ ਵੱਡਾ ਪ੍ਰੂਫ ਹੈ। ਹਾਂਜੀ ਚੇਲਿਆਂ ਦੇ ਕਰਤੱਵ 5 ਦੀ 3 ਤੋਂ 5 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ। ਤਦ ਪਤਰਸ ਨੇ ਆਖਿਆ ਹਨਨਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ ਜਦ ਤਿਕਰ ਉਹ ਰਿਹਾ ਕਿ ਤੇਰਾ ਆਪਣਾ ਨਾ ਰਿਹਾ ਤਾਂ ਜੋ ਵਿਕ ਗਿਆ ਤਾਂ ਤੇਰੇ ਵੱਸ ਵਿੱਚ ਨਾ ਸੀ। ਤੂੰ ਕਿਉਂ ਇਸ ਗੱਲ ਆਪਣੇ ਮਨ ਵਿੱਚ ਸੋਚੀ ਤੂੰ ਮਨੁੱਖ ਨਾਲ ਨਹੀਂ ਸਗੋਂ ਪਵਿੱਤਰ ਆਤਮਾ ਨਾਲ ਝੂਠ ਬੋਲਿਆ ਹੈ। ਹਾਂਜੀ ਠੀਕ ਹੈ। ਹਾਂਜੀ ਯਾਨੀ ਕਿ ਉਹ ਵੀ ਰੱਬ ਹੈਗਾ, ਇੱਥੇ ਬੜਾ ਕਲੀਅਰ ਹੈ। ਹਾਂਜੀ ਠੀਕ ਹੈ ਕਿ ਤੂੰ ਰੱਬ ਨਾਲ ਯਾਨੀ ਪਵਿੱਤਰ ਆਤਮਾ ਨਾਲ ਜਿਹੜਾ ਰੱਬ ਹੈ ਉਹਦੇ ਅੱਗੇ ਝੂਠ ਬੋਲਿਆ। ਹਾਂਜੀ ਉਹਦੇ ਵਿੱਚ ਠੀਕ ਹੈ। ਇਹਦੇ ਵਿੱਚ ਬਹੁਤ ਇੱਕ ਹਵਾਲਾ ਹੋਰ ਨੋਟ ਕਰ ਲਓ ਕਿ ਇਬਰਾਨੀਆਂ 9 ਦੀ ਤੁਸੀਂ ਕਿਹਾ ਸੀ ਉਹ 9 ਦੀ 14 ਹਾਂਜੀ 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 ਉਹ ਵੀ ਪੜ੍ਹਦੀ ਹੈ ਜੀ। ਹਾਂਜੀ ਉਹ ਵੀ ਪੜ੍ਹ ਦਿਓ ਜੀ ਜੀ। ਲਓ ਜੀ ਆਪਾਂ ਪੜ੍ਹਦੇ ਹਾਂ ਜੀ ਇਬਰਾਨੀਆਂ 9 ਦੀ 14 ਉਸ ਦੇ ਵਿੱਚ ਲਿਖਿਆ ਹੈ ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਨ੍ਹਾਂ ਨੇ ਸਦੀਪਕ ਆਤਮਾ ਦੇ ਰਾਹੀਂ ਹਾਂਜੀ ਠੀਕ ਹੈ ਆਪਣੇ ਆਪ ਨੂੰ ਦੋਸ਼ ਰਹਿਤ ਪਵਿੱਤਰ ਅਤੇ ਅੱਗੇ ਚੜਾਇਆ ਤੁਹਾਡੇ ਅੰਤःਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰਨਗੇ ਜਿਨ੍ਹਾਂ ਉੱਤੇ ਪਰਮੇਸ਼ਰ ਦੀ ਉਪਾਸਨਾ ਕਰੋ। ਹਾਂਜੀ ਸਦੀਪਕ ਆਤਮਾ ਕੇ ਪਵਿੱਤਰ ਆਤਮਾ ਰੱਬ ਦੇ ਬਾਰੇ ਤੇ ਮਾਈਟੀ ਗੋਡ ਵੀ ਹੈਗਾ। ਉਹ ਕਿੱਥੇ ਹੈਗਾ ਉਹਨੂੰ ਤੁਸੀਂ ਲਿਖ ਲਓ ਰੋਮੀਓ 15 ਦੀ 18। ਫਿਰ ਇੱਕ ਹੋਰ ਲਿਖ ਲਓ ਕਿ ਉਹ ਵੀ ਸਭ ਕੁਝ ਜਾਣਦਾ ਜਿੰਜ ਰੱਬ ਜਾਣਦਾ ਇਸ ਲਈ ਉਹ ਵੀ ਰੱਬ ਹੀ ਹੈਗਾ ਨਾ ਜਿਹਨੂੰ ਓਮਨੀਸ਼ੈਂਟ ਜਿਹਨੂੰ ਕਹਿ ਲਓ ਹੈ ਆਲ ਨੋਇੰਗ। ਪਹਿਲਾ ਕਰੰਥੀਆਂ 2 ਦੀ 11 ਜਿਹੜੀ ਆਲਰੇਡੀ ਪੜ੍ਹੀ ਸੀ। ਹਾਂਜੀ ਇਹ ਵੀ ਹਰ ਜਗ੍ਹਾ ਆਮਨੀ ਪ੍ਰੈਜ਼ੈਂਟ ਹੈ, ਹਰ ਜਗ੍ਹਾ ਮੌਜੂਦ ਹੈ। ਜ਼ਬੂਰ 139 ਦੀ 7ਵੀਂ ਆਇਤ ਸਾਮਜ਼ 139:7 139 ਦੀ ਕਿੰਨੀ ਜੀ 7 ਓਕੇ ਜੀ। ਇਹ ਇਸ ਲਈ ਇਹ ਬੜੇ ਹੀ ਐਟਰੀਬਿਊਟਸ ਜਿਹੜੇ ਰੱਬ ਵਿੱਚ ਨੇ ਉਹ ਪਵਿੱਤਰ ਆਤਮਾ 'ਚ ਵੀ ਵੇਖ ਰਹੇ ਹਾਂ। ਹੋਰ ਵੀ ਲਿਖ ਲਓ ਕਿ ਉਹ ਹੋਲੀ ਹੈਗਾ ਲੂਕਾ 1 ਦੀ 15 ਉਹ ਸੱਚ ਹੈਗਾ ਹੈ ਠੀਕ ਹੈ। ਉਹਦਾ ਲਿਖ ਲਓ ਪਹਿਲਾ ਯੋਹੰਨਾ 5 ਦੀ 7 ਤੇ ਉਹ ਵੀ ਰੱਬ ਵਾਲੀ ਗੱਲ ਦਿਆਲੂ ਕਿਰਪਾਲੂ ਹੈ ਠੀਕ ਹੈ। ਯਾਨੀ ਰਹੀਮ ਨਹਿਮੀਆ ਕਿਤਾਬ ਹੈ ਨਾ 9 ਦੀ 20 ਵੇਖ ਲਓ ਠੀਕ ਹੈ। ਤੇ ਰੱਬ ਜਿੰਜ ਉਹਦੇ ਵਿੱਚ ਉਹ ਚਾਹੁੰਦਾ ਫੈਲੋਸ਼ਿਪ ਰੱਖਣੀ ਜਾਂ ਸ਼ਰਾਕਤ ਰੱਖਣੀ ਜਾਂ ਕੀ ਕਹਿ ਲਓ ਫੈਲੋਸ਼ਿਪ ਰੱਖਣੀ। ਦੂਸਰਾ ਕਰੰਥੀਆਂ 13 ਦੀ 14। ਸੋ ਇਹ ਸਾਰੀਆਂ ਗੱਲਾਂ ਦੂਜਾ ਕਰੰਥੀਆਂ 13 ਦੀ 14 ਬੈਨਾਡਿਕਸ਼ਨ ਨਹੀਂ ਜਿੱਥੇ ਅੱਛਾ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਕਿ ਪਵਿੱਤਰ ਆਤਮਾ ਦੇ ਵਿੱਚ ਉਹੀ ਐਟਰੀਬਿਊਟਸ ਨੇ ਉਹੀ ਖੂਬੀਆਂ ਨੇ ਉਹੀ ਸਿਫਾਤ ਨੇ ਜਿਹੜੀਆਂ ਰੱਬ ਵਿੱਚ ਨੇ ਜਿਹੜੀਆਂ ਪ੍ਰਭੂ ਯਿਸੂ 'ਚ। ਇਸ ਲਈ ਇਹ ਪ੍ਰੂਫ ਹੈ ਕਿ ਇਹ ਰੱਬ ਹੈਗਾ। ਬਿਲਕੁਲ ਜੀ ਬਹੁਤ ਅੱਛੇ। ਤੇ ਆਪਾਂ ਪੜ੍ਹਿਆ ਥੋੜਾ ਹਲੇ ਮੈਂ ਤਾਂ ਹੀ ਉਹ ਬਹੁਤੇ ਵੱਲ ਲਿਖਾ ਦਿੱਤੇ ਨੇ ਹੁਣ ਤੁਸੀਂ ਹਾਲੇਲੂਇਆ। ਆਪਾਂ ਇਬਰਾਨੀਆਂ 9 ਦੀ 14 ਤੋਂ ਬਾਅਦ ਰੋਮੀਆਂ 15 ਦੀ 18 ਨਹੀਂ ਪੜ੍ਹਿਆ ਹਲੇ। ਅੱਛਾ ਜੀ ਹਾਂਜੀ ਤੇ ਉਹ ਪੜ੍ਹਦੀ ਜੀ ਉਹ ਮਾਈਟੀ ਗੋਡ ਹਾਂਜੀ ਇਹ ਲਿਖਿਆ ਹੋਇਆ ਸੀ ਨਾ ਜੀ। ਹਾਂ ਉਹ ਹੈਗਾ ਪਵਿੱਤਰ ਆਤਮਾ ਕਿਉਂਕਿ ਇਹ ਦੇਖ ਰਹੇ ਪਵਿੱਤਰ ਆਤਮਾ ਗੋਡ ਹੈ ਕਿ ਖਾਲੀ ਆਤਮਾ ਹੀ ਹੈ। ਬਾਜ਼ ਬਾਤ ਅਸੀਂ ਇਹ ਸੋਚਨੇ ਆ ਕਿ ਯਿਸੂ ਦੀ ਆਤਮਾ ਹੈ ਤੇ ਇਹ ਖੁਦ ਨਹੀਂ ਗੀ। ਇਹ ਇਟ ਸੈਲਫ ਜਿਹੜਾ ਹੈ ਇਹ ਗੋਡ ਦੇ ਵਿੱਚੋਂ 3 ਡਿਵਾਈਨ ਪਰਸਨੈਲਿਟੀਜ਼ ਨੇ ਪਿਤਾ ਪੁੱਤਰ ਪਵਿੱਤਰ ਆਤਮਾ ਠੀਕ ਹੈ। ਹਾਂਜੀ ਇਹ 3 ਡਿਵਾਈਨ ਪਰਸਨਸ ਨੇ
ਹਾਂਜੀ ਇਹ ਅਲੱਗ-ਅਲੱਗ ਹਾਂ ਇਹਨਾਂ ਦੇ ਰੋਲ ਨੇ ਜੀ ਲੇਕਿਨ ਇੱਕ ਨੇ ਹਾਂ। ਇਹ ਬਾਅਦ ਵਿੱਚ ਤੇ ਆਪਾਂ ਫਿਰ ਬਾਕੀਆਂ ਪਿਤਾ ਦੇ ਤੇ ਯਿਸੂ ਮਸੀਹ ਦੇ ਰੋਲ ਵੀ ਆਪਾਂ ਵੱਖਰੇ ਵੱਖਰੇ ਉਹ ਵੀ ਕਰਾਂਗੇ। ਫਿਰ Exactly. ਆਪਾਂ ਫਿਰ ਵਾਪਸ ਆ ਜਾਈਏ ਪਵਿੱਤਰ ਆਤਮਾ ਹਾਂ ਤੇ। ਤ੍ਰਿਏਕ ਪਰਮੇਸ਼ਵਰ ਦਾ ਇੱਕ ਵੱਖਰੀ ਸਟੱਡੀ ਰੱਖ ਲੈਣਾ ਟ੍ਰਿਨਿਟੀ ਉੱਤੇ ਹਾਂ ਪਰ ਇਹ ਤਸਲੀਸ ਤਿੰਨੇ ਹੁੰਦੇ ਹੋਏ ਵੀ ਇਹ ਇੱਕ ਹਨ ਜਿਹੜਾ ਰੱਬ ਇੱਕੋ ਹੀ ਆ ਜੀ। ਇਹਨਾਂ ਦੇ ਤਿੰਨ ਇਹ ਮਤਲਬ ਰੱਬ ਦੇ ਵਿੱਚੋਂ 3 ਡਿਵਾਈਨ ਪਰਸਨਸ ਨੇ ਹਾਂ ਬਿਲਕੁਲ ਠੀਕ ਹੈ ਹਾਂ। ਜ਼ਾਤ ਇੱਕ ਹੀ ਹੈ ਹਾਂ ਲੇਕਿਨ ਉਹਨਾਂ ਦੇ ਰੋਲਸ ਅਲੱਗ ਨੇ। ਬਿਲਕੁਲ ਹਾਂਜੀ। ਰੋਮੀਆਂ ਆਪਾਂ ਜਿਸ ਤਰ੍ਹਾਂ ਆਦਮ ਤੋਂ ਆਪਾਂ ਸਾਰੀ ਜਨਤਾ Yeah. ਉਹਨਾਂ ਦਾ ਮਾਪਿਓ ਤੇ ਉਹੀ ਹੈ ਬਿਲਕੁਲ ਜੀ ਲੇਕਿਨ ਅਲੱਗ-ਅਲੱਗ ਸ਼ਖਸ ਨੇ। ਬਿਲਕੁਲ ਜੀ ਹੈ ਸਾਰੇ ਇਨਸਾਨ। ਸੋ ਇਹ ਬਾਅਦ ਵਿੱਚ ਕਰ ਲੈਣਾ। ਹਾਂਜੀ ਤੇ ਹਾਂਜੀ ਆਪਾਂ ਪੜ੍ਹਦੇ ਹਾਂ ਜੀ ਰੋਮੀਆਂ 15 ਦੀ 18 ਉਸ ਦੇ ਵਿੱਚ ਲਿਖਿਆ ਹੈ ਕਿਉਂ ਜੋ ਮੇਰਾ ਹਿਆਉ ਨਹੀਂ ਇਹੀ 15 ਦੀ ਹਿਆਉ ਨਹੀਂ ਪੈਂਦਾ ਜੋ ਮੈਂ ਹੋਰਨਾਂ ਕੰਮਾਂ ਦੀ ਗੱਲਾਂ ਕਰਾਂ ਬਿਨਾਂ ਉਸ ਦੇ ਜਿਹੜਾ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰ ਕਰਨ ਲਈ ਵਚਨ ਦੇ ਕਰਨੀ ਤੋਂ। ਅੱਗੇ ਪੜੋ। ਹਾਂਜੀ ਪਵਿੱਤਰ ਆਤਮਾ ਸ਼ਕਤੀਸ਼ਾਲੀ ਹੈ ਮਤਲਬ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਸਮਰਥਾ ਮੇਰੇ ਹੱਥੀਂ ਕੀਤਾ ਹੈ ਯਾ ਜਿੱਥੋਂ ਤੋੜ ਕਿ ਮੈਂ ਯਰੂਸ਼ਲਮ ਤੋਂ ਲੈ ਕੇ 4 ਛਪੇਰੇ ਇਸ ਇਲੂਰੀਕੁਨ ਤੱਕ ਹਾਂਜੀ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪ੍ਰਚਾਰ ਇਹ ਕੀਤਾ। ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਜਿਸ ਤਰ੍ਹਾਂ ਪਿਛਲੀ ਵਾਰੀ ਜ਼ਿਕਰ ਹੋਇਆ ਹੈ ਕਿ ਪਵਿੱਤਰ ਆਤਮਾ ਦੀ ਸ਼ਕਤੀ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਯਿਸੂ ਵੀ ਪੈਦਾ ਹੋਇਆ। ਹਾਂਜੀ ਠੀਕ ਹੈ? ਬਿਲਕੁਲ ਜੀ ਸ਼ਕਤੀ। ਸੋ ਆਪਾਂ ਇਹ ਦੇਖ ਰਹੇ ਸਾਂ ਕਿ ਇਟਰਨਲ ਹੈ ਕੀ ਹੈ ਉਹਨੂੰ ਪੰਜਾਬੀ ਚ ਕਹਿ ਲਈਏ ਸਦੀਪਕ ਹੈ। ਉਹਦੇ ਬਾਅਦ ਇਹ ਮਾਈਟੀ ਗੋਡ ਹੈ ਇਹਦੇ ਵਿੱਚ ਵੀ ਹੈ ਨਾ। ਫਿਰ ਉਹਦੇ ਬਾਅਦ ਇਹ ਸਭ ਕੁਝ ਜਾਣਦਾ ਹੈ। ਇਹ ਸਾਰੇ ਹਵਾਲੇ ਇਹ ਸਾਰੀਆਂ ਜਿਹੜੀਆਂ ਲਿਖਾਈਆਂ ਨੇ ਇਹ ਐਟਰੀਬਿਊਟਸ ਜਾਂ ਸਿਫਾਤ ਇਹ ਰੱਬ ਵਿੱਚ ਹੀ ਨੇ। ਇਸ ਲਈ ਪਵਿੱਤਰ ਆਤਮਾ ਰੱਬ ਹੈਗਾ ਉਹ ਵੀ ਰੱਬ ਹੈ। ਹਾਂਜੀ ਤੇ ਟ੍ਰਿਨਿਟੀ ਜਾਂ ਤ੍ਰਿਏਕ ਇਕੱਠ ਦਾ ਤੀਸਰਾ ਡਿਵਾਈਨ ਪਰਸਨ ਹੈ। ਪਹਿਲਾ ਪਿਤਾ ਵੇ ਦੂਸਰਾ ਪ੍ਰਭੂ ਯਿਸੂ ਤੀਸਰਾ ਪਵਿੱਤਰ ਆਤਮਾ ਤੇ ਇਹ ਤਿੰਨੋਂ ਗੋਡ ਇਕੱਠੇ ਹੋ ਜਾਂਦੇ ਨੇ ਗੋਡ ਹੈ। ਬਿਲਕੁਲ ਜੀ ਪਹਿਲਾ ਕਰੰਥੀਆਂ 15 ਦੀ ਇੱਕ ਵਰਸ ਪੜ੍ਹ ਦਿਓ ਕਿ ਇਹ ਜਦੋਂ ਆਪਣੇ ਰੋਲ ਖਤਮ ਕਰਨਗੇ ਤੇ ਪੁੱਤਰ ਪਿਤਾ ਦੇ ਵਿੱਚ ਆਪਣੇ ਆਪ ਨੂੰ ਕਰ ਲੇਗਾ ਤੇ ਫਿਰ ਇੱਕੋ ਹੀ ਰੱਬ ਹੋਏਗਾ। ਚਲੋ ਜੀ ਇਹ ਪੜ੍ਹ ਦਿਓ ਕੀ ਦੱਸਿਆ ਸੀ ਪਹਿਲਾ ਕਰੰਥੀਆਂ 15 ਦੀ 27 ਤੇ 28 26 ਤੋਂ ਪੜ੍ਹ ਦਿਓ 25 ਤੋਂ ਪੜ੍ਹ ਦਿਓ ਸੌਰੀ। ਇਹ ਜਦੋਂ ਰੋਲ ਹੁਣ ਪ੍ਰਭੂ ਯਿਸੂ ਦੀ ਗੱਲ ਕਰਦੇ ਆ ਇਹ ਸਾਰੇ ਫਿਰ ਇਕੱਠੇ ਹੋ ਜਾਣਗੇ। ਇਕੱਠੇ ਹੋ ਜਾਣਗੇ ਜਦੋਂ ਇਹ ਸਾਰਾ ਸਿਸਟਮ ਆਪਣਾ ਆਪਣੇ ਰੋਲਸ ਜੀ ਪੜ੍ਹ ਦਿਓ ਪਲੀਜ਼। ਹਾਂਜੀ ਹੁਣ ਵੀ ਇਕੱਠੇ ਹਨ ਲੇਕਿਨ ਆਪਾਂ ਆਪਣਾ ਰੋਲ ਵੱਖਰਾ ਵੱਖਰਾ ਹਨ ਇਸ ਕਰਕੇ ਆਪਾਂ ਨੂੰ ਵੱਖਰੇ ਵੱਖਰੇ ਲੱਗਦੇ ਆ। ਹਾਂਜੀ ਲੇਕਿਨ ਇਹਨਾਂ 'ਚ ਇਹ ਇੱਕ ਸਹਿਮਤ ਹੁੰਦੇ ਨੇ ਇੱਕ ਦੂਜੇ ਨੂੰ ਰਿਸਪੈਕਟ ਦਿੰਦੇ ਨੇ। ਹਾਂਜੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਨਾ ਤੁਸੀਂ ਇਕਬਾਲ ਸਾਹਿਬ ਬੈਠੇ ਹੋ ਜੀ ਇੱਕੋ ਹੀ ਹੈ ਇਕਬਾਲ ਸਾਹਿਬ ਮੈਂ ਦੇਖ ਰਿਹਾ ਤੁਹਾਡੀ ਬਾਡੀ ਵੀ ਹੈ ਸਪਿਰਿਟ ਵੀ ਹੈ ਸੋਲ ਵੀ ਹੈ ਜੀ। ਸੋਲ ਦਾ ਫੰਕਸ਼ਨ ਅਲੱਗ ਹੈ ਬਾਡੀ ਦਾ ਫੰਕਸ਼ਨ ਅਲੱਗ ਹੈ ਸਪਿਰਿਟ ਦਾ ਫੰਕਸ਼ਨ ਅਲੱਗ ਹੈ। ਬਹੁਤ ਅੱਛਾ। ਹਾਂਜੀ ਸੋ ਥੋੜੇ ਸਮਝਣ ਦੇ ਲਈ ਜਿਸ ਤਰ੍ਹਾਂ ਮੈਂ ਆਪਣੇ ਮਾਪੇ ਦਾ ਬੇਟਾ ਹਾਂ ਹਾਂਜੀ ਹਾਂਜੀ ਆਪਣੀ ਬੀਵੀ ਦਾ ਹਸਬੰਡ ਆ ਤੇ ਬੱਚਿਆਂ ਦਾ ਪਿਓ ਆ ਹਾਂਜੀ ਮਤਲਬ ਬੜੀ ਉਸ ਰੱਬ ਦੇ ਲਈ ਇਹ ਬੜੀ ਕਮਜ਼ੋਰ ਵੀਕ ਐਗਜ਼ਾਮਪਲ ਨੇ ਲੇਕਿਨ ਕਿਉਂਕਿ ਅਸੀਂ ਸਮਝ ਨਹੀਂ ਕਿਉਂਕਿ ਰੱਬ ਇੱਕੋ ਹੀ ਆ ਉਹਦੀ ਐਗਜ਼ਾਮਪਲ ਸਮਝਣ ਦੇ ਲਈ ਕਿਹਦੇ ਨਾਲ ਐਗਜ਼ਾਮਪਲ ਦਈਏ ਨਹੀਂ ਦੇ ਸਕਦੇ। ਬਾਕੀ ਐਗਜ਼ਾਮਪਲਾਂ ਜਿਹੜੀਆਂ ਬੜੀ ਕਮਜ਼ੋਰ ਪੈ ਜਾਂਦੀਆਂ ਥੋੜੀ ਸਾਨੂੰ ਸਮਝਣ ਦੇ ਲਈ ਹਨਾ। ਸੋ ਕੀ ਸੀ ਹਾਂਜੀ ਜੀ ਆਪਾਂ ਕੀ ਪੜ੍ਹ ਰਹੇ ਸੀਗੇ ਜੀ ਪਹਿਲਾ ਗ੍ਰੰਥੀਆਂ ਜੀ 15 ਦੀ 18 ਹਾਂਜੀ 15 ਦੀ 25 ਤੋਂ 28 ਇਹ ਪੜ੍ਹ ਦਿਓ। ਇਹ ਸਿਰਫ ਉਦਾਹਰਨ ਇਸ ਲਈ ਐਗਜ਼ਾਮਪਲ ਇਸ ਲਈ ਦੇ ਰਹੇ ਹਾਂ ਕਿ ਜਦੋਂ ਪ੍ਰਭੂ ਯਿਸੂ ਆਪਣਾ ਰੋਲ ਮੁਕਾਏਗਾ ਤੇ ਉਹ ਕਿਹਦੇ ਚਲਾ ਜਾਏਗਾ। ਵੇਖੋ
ਹਾਂ ਤੇ ਉਹਦੇ ਬਾਅਦ ਇਹ ਕੀ ਹੋ ਜਾਏਗਾ, ਇਹ ਪੜ੍ਹ ਦਿਓ ਪਲੀਜ਼ ਤੇ ਫਿਰ ਇਹਨੂੰ ਫਾਈਨਲ ਕਰ ਦਿਓ। ਹਾਂਜੀ, ਪਹਿਲਾ ਕਰੰਥੀਆਂ 15 ਦੀ 25 ਤੋਂ 28 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਿਉਂ ਜੋ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ, ਯਿਸੂ ਮਸੀਹ ਮਤਲਬ ਗੱਲ ਕਰ ਰਿਹਾ, ਜੀ ਪ੍ਰਭੂ ਯਿਸੂ, ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ, ਉਹਨਾਂ ਚਿਰ ਉਸਨੇ ਰਾਜ ਕਰਨਾ ਹੈ। ਹਾਂਜੀ, ਇਹ 1000 ਸਾਲਾਂ ਬਾਦਸ਼ਾਹੀ ਦੀ ਗੱਲ ਹੈ। ਹਾਂ ਹਾਂਜੀ। ਛੇਕਲਾ ਵੈਰੀ ਜਿਸ ਦਾ ਨਾਸ਼ ਹੋਣਾ ਹੈ ਸੋ ਹੈ ਮੌਤ। ਕਿਉਂਕਿ ਫਿਰ ਹੁਣ ਅੱਜ ਮੌਤ ਆਉਂਦੀ ਹੈ, ਮੌਤ ਨੂੰ ਵੀ ਯਿਸੂ ਮਸੀਹ ਨੇ ਮਤਲਬ ਉਸ ਦਾ ਵੀ ਨਾਸ਼ ਕਰਨਾ ਹੈ, ਇਸ ਲਈ ਉਹ ਮਰ ਕੇ ਫਿਰ ਮੌਤ ਨੂੰ ਹਰਾ ਦਿੱਤਾ। ਹਾਂਜੀ, ਉਹਨੇ ਮੌਤ ਤੇ ਜਿੱਤ ਪ੍ਰਾਪਤ ਖੁਦ ਕਰ ਲਈ ਸਾਡੇ ਲਈ। ਕਬਰ ਉੱਤੇ, ਮੌਤ ਉੱਤੇ, ਕਬਰ, ਹਾਂਜੀ ਹਾਂਜੀ। ਤੇ ਫਿਰ ਹੈ ਉਸ ਨੇ ਸਭ ਵਿੱਚੋਂ ਉਹਨਾਂ ਦੇ ਪੈਰਾਂ ਹੇਠ ਕਰ ਦਿੱਤਾ, ਉਹਨਾਂ ਨੂੰ ਸਭ ਕੁਝ ਯਿਸੂ ਦੇ ਪੈਰਾਂ ਹੇਠ ਕਰ ਦਿੱਤਾ। ਪਰ ਜਾਂ ਉਹ ਕਰਦਾ ਹੈ ਤੇ ਸਭੇ ਕੁਝ ਹੇਠ ਕੀਤਾ ਗਿਆ ਤਾਂ ਪਰਮੇਸ਼ਰ ਮੈਂ ਇਸ ਨੂੰ ਦੁਬਾਰਾ ਪੜ੍ਹਦਾ। ਠੀਕ ਹੈ। ਉਸਨੇ ਸਭ ਕੁਝ, ਯਿਸੂ ਮਸੀਹ ਨੇ ਸਭ ਕੁਝ ਉਸਦੇ ਪੈਰਾਂ ਹੇਠ ਕਰ ਪਿਤਾ ਨੇ, ਪਰਮੇਸ਼ਵਰ ਨੇ ਯਿਸੂ ਦੇ ਪੈਰਾਂ ਹੇਠ ਕਰ ਦਿੱਤਾ ਤੇ ਆਪ ਅਲੱਗ ਹੋ ਗਿਆ। ਹਾਂਜੀ, ਠੀਕ, ਹਾਂ, ਉਸਨੇ ਸਭ ਕੁਝ ਉਸਦੇ ਪੈਰਾਂ ਹੇਠ ਕਰ ਦਿੱਤਾ। ਪਰ ਜਾਂ ਉਹ ਕਹਿੰਦਾ ਹੈ ਜੋ ਸਭੇ ਕੁਝ ਹੇਠਾਂ ਕੀਤਾ ਗਿਆ ਹੈ ਤਾਂ ਪ੍ਰਗਟ ਹੈ ਕਿ ਉਸਨੇ ਸਭ ਕੁਝ ਉਸਦੇ ਹੇਠ ਕਰ ਦਿੱਤਾ, ਉਹ ਆਪ ਹੇਠ ਹੋਣ ਤੋਂ ਰਹਿਤ ਹੈ, ਅਲੱਗ ਹੈ। ਹਾਂ, ਫਿਰ ਕੀ ਹੋਏਗਾ? ਤੇ 28ਵੀਂ ਆਇਤ ਵਿੱਚ ਲਿਖਿਆ ਹੈਗਾ, ਅਤੇ ਜਾਂ ਸਭ ਕੁਝ ਉਸਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪੁੱਤਰ ਆਪ ਨੂੰ ਵੀ ਉਸਦੇ ਅਧੀਨ ਹੋਵੇਗਾ, ਜਿਸ ਨੇ ਸਭੇ ਕੁਝ ਉਸਦੇ ਅਧੀਨ ਕਰ ਦਿੱਤਾ, ਕਿ ਪਰਮੇਸ਼ਰ ਸਭਨਾਂ ਵਿੱਚੋਂ ਇੱਕ ਸਭ ਕੁਝ ਹੋਵੇ। ਠੀਕ ਹੈ। ਇਹ ਜਦੋਂ ਆਪਣਾ ਰੋਲ ਖਤਮ, ਇਹਨੂੰ ਇੰਗਲਿਸ਼ ਵੀ ਪੜ੍ਹ ਦੇਵਾਂ ਜੀ? ਹਾਂਜੀ ਹਾਂਜੀ, ਪਹਿਲਾ ਕਰੰਥੀਆਂ, ਸੌਰੀ ਮੈਂ ਥੋੜਾ ਜਿਹਾ ਹੋਰ ਥੋੜਾ ਇਹ ਚੂੰਕਿ ਬੜੇ ਐਸੇ ਕੁਐਸਚਨ ਦੇ ਵਿੱਚ ਇਹ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਕਿ ਇੱਕ ਇੰਜ ਬਾਅਦ ਵਿੱਚ ਇਕੱਠੇ ਹੋ ਜਾਣਗੇ ਤੇ ਉਹ ਜਿਹਨੂੰ ਅਸੀਂ ਰੱਬ ਕਹਿ ਰਹੇ ਹਾਂ, ਗੋਡ, ਹਾਂਜੀ, ਇਹ ਤਿੰਨ ਗੋਡ ਦੇ ਵਿੱਚੋਂ ਤਿੰਨ ਇਲਾਹੀ ਸ਼ਖਸੀਅਤ ਕਿੰਜ ਇੱਕ ਹੋ ਕੇ ਤੇ ਫਿਰ ਗੋਡ ਬਣੇ, ਐਲੋਹੀਮ। ਹਾਂਜੀ ਹਾਂਜੀ, ਬਿਲਕੁਲ ਜੀ। ਤੇ ਪਲੂਰਲ, ਹਾਂਜੀ। ਤੇ ਹਾਂ, ਚਲੋ ਮੈਨੂੰ ਯਾਦ ਆ ਗਿਆ, ਜਦੋਂ ਰੱਬ ਨੇ ਇਨਸਾਨ ਨੂੰ ਬਣਾਇਆ ਸੀਗਾ, ਉਹ ਕਹਿੰਦੇ ਸੀ ਆਓ ਅਸੀਂ ਹਾਂਜੀ, ਜੈਨੇਸਿਸ 1:26-27 ਵੀ ਇਨਸਾਨ ਨੂੰ ਆਪਣੀ ਛਵੀ ਤੇ ਬਣਾਈਏ। ਹਾਂਜੀ, ਤੇ ਪਹਿਲਾ ਕਰੰਥੀਆਂ 15 ਦੀ 26 ਤੋਂ 28 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਹਦੇ ਵਿੱਚ ਲਿਖਿਆ ਹੈ, ਮੈਂ ਤਾਂ ਇੱਕ ਮਿੰਟ ਜੀ, ਮੈਂ ਰੋਮੀਆਂ ਕੱਢ ਕੇ ਬੈਠਾ, ਕਿਉਂਕਿ ਇਹ ਲਾਈਵ ਰੋਮੀਆਂ ਵੀ ਕ੍ਰਿਸਚੀਅਨ ਡਾਕਟਰਿਨ ਦੀ ਬੁੱਕ ਹੈਗੀ ਹੈ। ਹਾਂਜੀ, ਕਿਉਂਕਿ ਇੱਥੇ ਲਾਈਵ ਚੱਲ ਰਿਹਾ ਜੀ, ਚ ਕੱਟ ਕੁੱਟ ਨਹੀਂ ਹੈਗਾ, ਜੋ ਹੋ ਰਿਹਾ ਹਾਂਜੀ, ਤੇ ਜੋ ਪੜ੍ਹੀ ਜਾ ਰਿਹਾ, ਜੋ ਹੋ ਰਿਹਾ। ਹਾਂਜੀ, ਤੇ ਇਹਦੇ ਵਿੱਚ ਲਿਖਿਆ ਹੈ ਪਹਿਲਾ ਕਰੰਥੀਆਂ 15 ਦੀ 25, ਹੁਣ ਇੱਥੋਂ ਪੜ੍ਹਦੇ ਹਾਂ ਜੀ। For he must reign until he has put all his enemies under his feet. Jesus ਦੀ ਗੱਲ ਹੋ ਰਹੀ ਹੈ। The last enemy to be destroyed is death. For he has put everything under his feet. ਯਿਸੂ ਦੇ ਸਭ ਉਹਨੇ ਪੈਰਾਂ 'ਚ ਕਰ ਦਿੱਤਾ। ਹਾਂਜੀ। Now then it says that everything has been put under him. ਕਿਹਦੇ ਪੈਰਾਂ ਥੱਲੇ? ਯਿਸੂ ਦੇ ਕਰ ਦਿੱਤਾ। ਹਾਂਜੀ। It is clear that this does not include God himself. ਪਿਤਾ ਦੀ God ਨੇ ਇਹ ਕੰਮ ਕਰਨ ਦੇ ਲਈ ਸੈਕੰਡ ਡਿਵਾਈਨ ਪਰਸਨ, ਦੂਸਰਾ ਤਸਲੀਸ ਦਾ ਕਾਨੂੰਨ, ਯਿਸੂ ਨੂੰ ਇਹ ਕਰ ਦਿੱਤਾ ਤੇ ਆਪ ਅਲੱਗ ਰਿਹਾ। ਹਾਂਜੀ। Who put everything under Christ. ਹਾਂਜੀ। Who put everything, ਹਾਂਜੀ, ਠੀਕ ਹੈ। ਇਹ ਰੋਲ ਹੈ ਨਾ ਯਿਸੂ ਦਾ, ਜਦੋਂ ਇਹ ਰੋਲ ਮੁੱਕ ਜਾਏਗਾ। ਹਾਂਜੀ, ਫਿਰ 28ਵੀਂ ਆਇਤ ਵਿੱਚ ਲਿਖਿਆ ਹੈਗਾ, when he has done this, the Son himself will be made subject to him who put everything under him, so that God may be all in all. ਹਾਂਜੀ, ਥੋੜਾ ਜਿਹਾ ਉਹਦੇ ਥੱਲੇ, ਇਹਦੇ ਥੱਲੇ, ਕਿਹਦੇ ਉੱਪਰ ਥੋੜਾ ਲਿਖਾ ਪਿਆ, ਜ਼ਕਰੀਆ 14 ਦੀ 9 ਵੀ ਲਿਖ ਲਓ। ਇਹ ਸਾਰੀਆਂ ਚੀਜ਼ਾਂ ਬਹੁਤ ਪ੍ਰੂਫ ਨੇ। ਇਹ ਜਦੋਂ ਤਿੰਨ ਇਲਾਹੀ ਜਾਂ ਰੂਹਾਨੀ ਸ਼ਖਸ ਆਪਣਾ ਆਪਣਾ ਰੋਲ ਕਰ ਲੈਣਗੇ
ਤੇ ਇਹ ਜਦੋਂ ਇਕੱਠੇ ਹੁੰਦੇ ਨੇ ਇਹ ਹੀ ਗੋਡ ਬਣ ਜਾਂਦਾ। ਹੂੰ ਤੇ ਜਦੋਂ ਇਹ ਪਲੂਰੈਲਿਟੀ ਉਹਨੂੰ ਕਹਿ ਲਓ, ਹਾਂਜੀ ਬਹੁਵਚਨ ਹਾਂਜੀ ਹਾਂਜੀ, ਉਹਦੇ ਵਿੱਚ ਇਹ ਇਕੱਠੇ ਹੋ ਜਾਂਦੇ ਨੇ, ਠੀਕ ਹੈ, ਇੱਕ। ਹਾਂਜੀ ਤੇ ਜਦੋਂ ਰੋਲ ਵਿੱਚ ਆਉਂਦੇ ਨੇ ਇਹ ਵੱਖਰੇ ਵੱਖਰੇ ਡਿਵਾਈਨ ਪਰਸਨਸ ਜਾਂ ਰੂਹਾਨੀ ਸ਼ਖਸ ਨੇ। ਹਾਂਜੀ ਠੀਕ ਸੋ ਹੋਲੀ ਸਪਿਰਿਟ ਜਿਹੜਾ ਹਾਂਜੀ ਸਵਾਲ ਸੀ ਉਹ ਵੀ ਰੱਬ ਹੈ, ਰੱਬ ਹੈਗਾ ਹੈ। ਹਾਂਜੀ ਹਾਂਜੀ ਠੀਕ ਹੈ। ਬਿਲਕੁਲ ਜੀ। ਜਿਸ ਤਰ੍ਹਾਂ ਆਪਣੇ ਉਤਪੁੱਤ ਦੀ ਪਹਿਲੀ ਦੂਜੀ ਆਇਤਾਂ ਦੇ ਵਿੱਚ ਪਹਿਲੀ 3 ਆਇਤਾਂ 'ਚ, ਪਹਿਲਾ ਪਹਿਲੇ ਤਿੰਨ ਪਾਰਟ ਦੀ ਪਹਿਲੀ 3 ਆਇਤਾਂ। ਹਾਂਜੀ ਉਹਦੇ ਵਿੱਚ ਲਿਖਿਆ ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪੁੱਤ ਕੀਤਾ। ਹਾਂਜੀ ਤੇ ਉਹ ਪਰਮੇਸ਼ਵਰ ਦੀ, ਹਾਂਜੀ ਤੇ ਉਹ ਜਿਹੜੀ ਇਹਨੂੰ ਜੇ ਹੀਬਰੂ ਓਰੀਜਨਲ ਬਾਈਬਲ ਦੇ ਵਿੱਚ ਦੇਖੀਏ ਉਹਦੇ ਵਿੱਚ ਲਿਖਿਆ ਹੈ ਐਲੋਹੀਮ। ਐਲੋਹੀਮ ਹੁੰਦਾ ਹੈ ਪਲੂਰਲ ਲਫ਼ਜ਼ ਹੁੰਦਾ ਹੈ ਜੀ। ਤੇ ਬਰਾਸ਼ੀਤ, ਬਰਾਸ਼ੀਤ ਹਾਂਜੀ ਸ਼ੁਰੂ 'ਚ ਹਾਂ। ਫਿਰ ਦੂਸਰੀ ਆਇਤ ਵਿੱਚ ਲਿਖਿਆ ਹੈ ਧਰਤੀ ਬੇਡੋਲ ਤੇ ਸੁੰਨੀ ਸੀ ਅਤੇ ਡੂੰਘਿਆਈ ਉੱਤੇ ਹਨੇਰਾ ਸੀ ਅਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀਗਾ। ਹਾਂਜੀ ਠੀਕ ਹੈ ਤੇ ਪਰਮੇਸ਼ਰ ਦਾ ਆਤਮਾ ਜੀ, ਹਾਂ ਠੀਕ ਹੈ। ਤੇ ਉਹ ਆਤਮਾ ਪਵਿੱਤਰ ਆਤਮਾ ਦੀ ਗੱਲ ਹੋ ਰਹੀ। ਫਿਰ ਤੀਸਰੇ ਤੇ ਪਰਮੇਸ਼ਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ। ਉਹਨੇ ਕਿਸੇ ਨੂੰ ਕਿਹਾ ਹਾਂ ਚਾਨਣ ਹੋ ਜਾ। ਕਿਹਨੂੰ? ਚਾਨਣ ਹੋਈ ਹੈ ਜਿਹੜਾ ਖਲੋ ਕੇ ਕਹਿੰਦਾ ਹੈ ਮੈਂ ਦੁਨੀਆ ਦਾ ਚਾਨਣ ਹੈ, ਦੁਨੀਆ ਦਾ ਨੂਰ, ਠੀਕ ਹੈ। ਸੋ ਇਸ ਤਰ੍ਹਾਂ ਇਹ ਸਾਨੂੰ ਇਹਨਾਂ ਦੇ ਮਿਲ ਜਾਂਦੇ ਨੇ ਅਲੱਗ ਅਲੱਗ ਡਿਵਾਈਨ ਪਰਸਨੈਲਿਟੀਜ਼ ਲੇਕਿਨ ਰੱਬ। ਹਾਂ ਬਿਲਕੁਲ ਜੀ। ਸੋ ਇੱਥੇ ਫਿਨਿਸ਼ ਕਰੀਏ ਜੀ। ਦੇਖ ਲਓ ਹਾਂਜੀ ਆਪਾਂ ਇੱਥੇ ਫਿਨਿਸ਼ ਕਰਦੇ ਸੀ। ਆਪਾਂ ਇਹ ਵੀ ਦੇਖ ਲਿਆ ਕਿ ਪਵਿੱਤਰ ਆਤਮਾ ਕਿੰਜ ਰੱਬ ਹੈ। ਰੱਬ ਹੈ, ਛੋਟੀ ਜੀ ਵਾਲਾ ਰੱਬ ਨਹੀਂ। ਜਿਹੜੇ ਛੋਟੀ ਜੀ ਵਾਲੇ ਰੱਬ ਹਨ ਬਹੁਤ ਹਨ ਪਰ ਉਹ ਝੂਠੇ ਹਨ। ਉਹ ਇਨਸਾਨਾਂ ਨੇ ਬਣਾਏ ਹੋਏ ਹਨ ਹੱਥਾਂ ਦੇ ਨਾਲ। ਤੇ ਕੈਪੀਟਲ ਜੀ ਜਿਹੜਾ ਉਹ ਇੱਕੋ ਹੀ ਰੱਬ ਹੈ। ਹਾਂ ਉਹ ਇੱਕੋ ਹੀ ਜਿਹਦੇ ਰੱਬ ਹੈ। 3 ਅਲੱਗ ਰੂਹਾਨੀ ਸ਼ਖਸ ਮੌਜੂਦ ਹਨ ਤੇ ਉਹਨਾਂ ਵਿੱਚੋਂ ਇੱਕ ਉਹ ਪਵਿੱਤਰ ਆਤਮਾ ਹੈ, ਕੈਪੀਟਲ ਜੀ ਰੱਬ, ਸੱਚਾ ਰੱਬ, ਉਹ ਜਿਸ ਨੇ ਸਭ ਕੁਝ ਬਣਾਇਆ। ਉਹਨਾਂ ਵਿੱਚੋਂ ਇਹ ਪਵਿੱਤਰ ਆਤਮਾ ਵੀ ਰੱਬ ਹੈ। ਹਾਂਜੀ ਤੇ ਆਪਾਂ ਅੱਜ ਇਹ ਦੇਖ ਲਿਆ। ਹਾਂਜੀ ਕਾਫੀ ਉਦਾਹਰਨਾਂ ਹਨ। ਆਪਾਂ ਸਾਰੇ ਨਹੀਂ ਰੱਬ ਦਾ ਹਿੱਸਾ। ਹਾਂਜੀ ਤੇ ਸਾਰੀਆਂ ਆਇਤਾਂ ਆਪਾਂ ਨਹੀਂ ਪੜ੍ਹ ਸਕੇ ਤੇ ਸੁਣਨ ਵਾਲਿਆਂ ਨੂੰ ਕਹਾਂਗੇ ਕਿ ਉਹ ਫਿਰ ਆਪਣੇ ਘਰ ਦੇ ਵਿੱਚ ਆਪਣੇ ਘਰ ਬੈਠ ਕੇ ਜਿੱਥੇ ਵੀ ਹਨ ਇਸ ਨੂੰ ਦੁਬਾਰਾ ਸੁਣਨ, ਇਕੱਲੀ ਆਇਤ ਸੁਣ ਕੇ ਸਟਾਪ ਕਰਕੇ ਪੜ੍ਹ ਕੇ ਉਹ ਦੇਖਣ, ਬਾਰ-ਬਾਰ ਪੜ੍ਹਨ। ਔਰ ਜੇ ਸਾਨੂੰ ਫਿਰ ਵੀ ਕੋਈ ਸਵਾਲ, ਉਹਨਾਂ ਨੂੰ ਕੋਈ ਸ਼ੱਕ ਹੋਵੇ ਤਾਂ ਥੱਲੇ ਮੈਸੇਜ ਜ਼ਰੂਰ ਪਾ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕੀਏ ਤੇ ਪਰਮੇਸ਼ਰ ਸਭ ਨੂੰ ਬਰਕਤ ਦੇ। ਆਪਾਂ ਇੱਥੇ ਫਿਨਿਸ਼ ਕਰਦੇ ਹਾਂ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ ਔਰ ਵਚਨ ਦੇ ਲਿਖਾਰੀ ਦਾ, ਪਵਿੱਤਰ ਆਤਮਾ ਦਾ। ਪਰਮੇਸ਼ਰ ਪਿਤਾ ਜਿਸ ਨੇ ਸਭ ਕੁਝ ਲਿਖਵਾਇਆ, ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਜੋ ਕੁਝ ਵੀ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਜੋ ਸਾਡੇ ਨਾਲ ਆਪਨੇ ਗੱਲਬਾਤ ਕੀਤੀ, ਆਪ ਦਾ ਸ਼ੁਕਰ ਕਰਦੇ ਹਾਂ। ਔਰ ਸਭ ਨੂੰ ਆਪ ਦੀ ਗੱਲਬਾਤ ਨੂੰ, ਬਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ ਪਰਮੇਸ਼ਰ ਪਿਤਾ, ਤਾਂ ਕਿ ਸ਼ੈਤਾਨ ਜੋ ਚੋਰ ਆ ਚੋਰੀਆਂ ਕਰਦਾ ਉਸ ਬਚਨ ਨੂੰ, ਕੀਮਤੀ ਚੀਜ਼ਾਂ ਨੂੰ ਚੁਰਾ ਨਾ ਸਕੇ। ਔਰ ਜੋ ਇਹ ਵਚਨ, ਜੋ ਬੀਜ ਜੋ ਹੈ ਇਹ ਪਰਮੇਸ਼ਰ ਪਿਤਾ ਸਾਡੇ ਅੰਦਰ ਵਧੇ, ਫੁੱਲੇ, ਬਹੁਤ ਸਾਰਾ ਫਲ ਲੈ ਕੇ ਆਏ ਪਰਮੇਸ਼ਰ ਪਿਤਾ, ਆਪ ਦੇ ਰਾਜ ਦੇ ਲਈ, ਆਪ ਦੇ ਜਲਾਲ ਦੇ ਲਈ, ਆਪ ਦੇ ਮਕਸਦ ਦੇ ਲਈ, ਆਪ ਜਿਹਦਾ ਮਕਸਦ ਪੂਰਾ ਹੋਵੇ ਪਰਮੇਸ਼ਰ ਪਿਤਾ। ਔਰ ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ ਔਰ ਇਹ ਸਾਰੀ ਬਾਈਬਲ ਸਟੱਡੀ ਦੇ ਲਈ। ਇਸ ਦਾ ਸਾਰਾ ਜਲਾਲ, ਸਾਰੀ ਮਹਿਮਾ ਆਪ ਨੂੰ ਦਿੰਦੇ ਹਾਂ ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।